ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਗੁਰ ਅਰਜਨ ਬਿਗਨਨ ਕੇ ਨਾਸ਼ਕ, ਬਿਗਨਨ ਕੇ ਨਾਸ਼ਕ। ਹਰਿ ਗੋਬਿੰਦ ਸੁਭ ਮਤ ਪ੍ਰਕਾਸ਼ਕ। ਸ੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਵੋ ਬਹੋਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਤਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਾਂ ਮੈਂ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ, ਤੈਂ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਣ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਣ ਸੋਏ। ਵਾਹਿਗੁਰੂ ਜੀ। ਅਨਿਕ ਤਾਰੁਨਾ ਤਾਰਨ ਕਰਹੀ, ਗਰ ਮਹਿ ਗਰੂਏ ਸੰਗਰ ਪਰਹੀ। ਤਪਤ ਥਮ ਸੋ ਐਚ ਲਗਾਵੈ, ਤੇਲ ਕੜਾਹ ਤਪਤ ਮਹਿ ਪਾਵੈ। ਅਨਿਕ ਤਾਰੁਨਾ ਤਾਰਨ ਕਰਹੀ। ਪਰਮ ਸਨਮਾਨ ਸਤਿਕਾਰਯੋਗ ਪਰਮ ਪੂਜੀਏ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ। ਹਰ ਰੋਜ਼ ਦੀ ਤਰ੍ਹਾਂ ਸੰਧਿਆ ਦੇ ਦੀਵਾਨ ਦੀਆਂ ਹਾਜ਼ਰੀਆਂ ਭਰਦਿਆਂ ਸੋਦਰ ਦੀ ਬਾਣੀ ਦਾ ਪਾਠ, ਪੰਥ ਪ੍ਰਸਿੱਧ ਗੁਰੂ ਕੇ ਕੀਰਤਨੀਏ ਬਾਬਾ ਸੱਜਣ ਸਿੰਘ ਜੀ ਪਾਸੋਂ ਆਪ ਜੀ ਨੇ ਗੁਰਬਾਣੀ ਦਾ ਰਸ ਭਿੰਨਾ ਸ਼ਬਦ ਕੀਰਤਨ ਸਰਵਨ ਕੀਤਾ। ਉਪਰੰਤ ਚੱਲ ਰਹੀ ਲੜੀਵਾਰ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਜੀਵਨ ਕਥਾ ਵਿੱਚੋਂ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚੋਂ ਆਪ ਜੀ ਗੁਰੂ ਨਾਨਕ ਸਾਹਿਬ ਦੀ ਜੀਵਨ ਕਥਾ ਸਰਵਨ ਕਰ ਰਹੇ। ਲੜੀਵਾਰ ਵਿਚਾਰ ਦੇ ਦਰਮਿਆਨ ਇੱਥੋਂ ਤੱਕ ਬਚਨ ਆਪ ਨੇ ਸਰਵਨ ਕੀਤੇ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜਗਤ ਤੇ ਪ੍ਰਗਟ ਹੋ ਕੇ ਆਏ ਨੇ ਤੇ ਉਹਨਾਂ ਦੇ ਆਉਣ ਦਾ ਜਿਹੜਾ ਮਕਸਦ ਹੈ ਉਹ ਆਰੰਭ ਹੋ ਗਿਆ। ਤੇ ਆਰੰਭ ਕਿੱਥੋਂ ਕੀਤਾ? ਪੰਡਤ ਹਰਦਿਆਲ ਤੋਂ। ਗੁਰਬਾਣੀ ਦਾ ਸ਼ਬਦ ਜਿਹੜਾ ਪਹਿਲਾ ਆਪਣੀ ਹਯਾਤੀ ਜ਼ਿੰਦਗੀ ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਉਚਾਰਨ ਕੀਤਾ, ਉਹ ਸ਼ਬਦ ਰਾਹੀਂ ਪਿਆਰਿਓ ਗੁਰੂ ਨਾਨਕ ਸਾਹਿਬ ਨੇ ਪੰਡਤ ਹਰਦਿਆਲ ਨੂੰ ਸੰਬੋਧਨ ਕੀਤਾ। ਕੱਲ ਆਪਨੇ ਸਰਵਨ ਕੀਤਾ ਸੀ ਕਿ ਧੰਨ ਗੁਰੂ ਨਾਨਕ ਸਾਹਿਬ ਦੇ ਸਨਮੁਖ ਪੰਡਤ ਹਰਦਿਆਲ ਨੇ 2 ਸਵਾਲ ਕੀਤੇ। ਉਹ ਸਵਾਲ ਕੀ ਸਨ ਕਿ ਆ ਦੁਨੀਆ ਵਿੱਚ ਵਿਚਰਦਿਆਂ ਬਾਬਾ ਸੁਖ ਕਿਵੇਂ ਮਿਲੇ, ਸੁਖੀ ਜੀਵਨ ਕਿਵੇਂ ਹੋਵੇ। ਉਹ ਆਪਾਂ ਕੱਲ ਵਿਚਾਰ ਕੀਤੀ ਸੀ। ਤੇ ਦੂਜਾ ਸਵਾਲ ਕੀਤਾ ਸੀ ਕਿ ਬਾਬਾ
ਇੱਥੋਂ ਜਦੋਂ ਅਸੀਂ ਜੀਵਨ ਗੁਜ਼ਾਰ ਕੇ ਬਿਤਾ ਕੇ ਜੋ ਅਵਧ ਉਮਰ ਪਰਮਾਤਮਾ ਦਿੰਦਾ ਹੈ ਤੇ ਅੱਗੇ ਜਾਂਦੇ ਹਾਂ, ਅੱਗੇ ਜਾ ਕੇ ਜੀਵਨ ਨਾਲ ਕੀ ਹੁੰਦਾ ਹੈ, ਇਹ ਵੀ ਕਿਰਪਾ ਕਰਕੇ ਦੱਸ ਦਿਓ। ਕਿਉਂਕਿ ਭਾਵੇਂ ਗਰੜ ਪੁਰਾਣ ਵਿੱਚ ਮੈਂ ਅੱਗੇ ਵੀ ਬੇਨਤੀ ਕੀਤੀ ਸੀ, ਇਸ ਲਈ ਉਦਾਹਰਣ ਦੇ ਰਹੇ ਹਾਂ ਕਿਉਂਕਿ ਪੰਡਤ ਹਰਦਿਆਲ ਮੌਤ ਦੇ ਫਲਸਫੇ ਤੋਂ ਜਾਣੂ ਹੈ। ਅਗਰ ਉਹ ਪੰਡਤ ਹੈ, ਬ੍ਰਾਹਮਣ ਹੈ, ਵਿਦਵਾਨ ਹੈ, ਦੇਵਾਲੇ ਦਾ ਪੁਜਾਰੀ ਹੈ, ਤਾਂ ਜ਼ਾਹਰ ਹੈ ਇਹ ਪ੍ਰਮੁੱਖ ਗਰੜ ਪੁਰਾਣ ਉਹਨੇ ਪੜ੍ਹਿਆ ਹੋਏਗਾ। ਪਰ ਫਿਰ ਵੀ ਪੁੱਛ ਰਿਹਾ ਕਿ ਬਾਬਾ ਤੁਹਾਡੀ ਸੋਚ ਸਮਝ ਵਿਚਾਰ ਦੇ ਮੁਤਾਬਕ ਜੀਵ ਇੱਥੋਂ ਜਦੋਂ ਜਾਂਦਾ ਤੇ ਉਹਦੇ ਨਾਲ ਕੀ ਬੀਤਦੀ ਹੈ, ਇਹ ਵੀ ਕਿਰਪਾ ਕਰਕੇ ਦੱਸੋ। ਆ ਜਾਓ, ਮਨ ਬਿਰਤੀਆਂ ਇਕਾਗਰ ਕਰੋ, ਗੁਰੂ ਕੇ ਪਿਆਰਿਓ, ਤੇ ਵਿਚਾਰ ਕਰੀਏ ਇਤਿਹਾਸ ਦੇ ਪੰਨੇ ਤੋਂ ਕਿ ਜਦੋਂ ਬੰਦਾ ਇਸ ਦਾਰੁਲ ਫਨਾ ਫਾਨੀ ਸੰਸਾਰ ਤੋਂ ਕੂਚ ਕਰਦਾ ਤੇ ਅੱਗੇ ਜਾ ਕੇ, ਕਿਉਂਕਿ ਦੋ ਤਰ੍ਹਾਂ ਦੇ ਇਨਸਾਨ ਨੇ ਪਿਆਰਿਓ, ਇੱਕ ਉਹ ਨੇ ਜਿਹੜੇ ਇੱਥੇ ਆ ਕੇ ਨਿਰੰਕਾਰ ਨੂੰ ਵਿਸਾਰਦੇ ਨਹੀਂ, ਭੁਲਾਉਂਦੇ ਨਹੀਂ, ਉਹਦਾ ਚਿੰਤਨ ਸਿਮਰਨ ਤੇ ਗੁਰੂ ਨਾਨਕ ਦੇ ਘਰੋਂ ਜਿਹੜੀ ਸਿੱਖਿਆ ਮਿਲਦੀ ਸੇਵਾ ਤੇ ਸਿਮਰਨ ਵਿੱਚ ਲੱਗੇ ਰਹਿੰਦੇ। ਉਹਨਾਂ ਦਾ ਜਾਣਾ ਵੀ ਅਲੱਗ ਹੈ ਤੇ ਉੱਥੇ ਜਾ ਕੇ ਉਹਨਾਂ ਦੇ ਨਾਲ ਜੋ ਹੁੰਦਾ ਉਹ ਵੀ ਅਲੱਗ ਹੈ। ਤੇ ਜਿਹੜਾ ਮਾਇਆ ਵੇੜਿਆ ਬੰਦਾ ਇਸ ਦੁਨੀਆ ਤੋਂ ਵਿਸ਼ੇ ਵਿਕਾਰ ਭੋਗ ਕੇ, ਮਾੜੇ ਕਰਮ ਕਰਕੇ, ਮਾੜੀ ਕਰਨੀ ਕਰਕੇ ਇੱਥੋਂ ਜਾਂਦਾ, ਉਹਦੇ ਨਾਲ ਕੀ ਬੀਤਦੀ ਏ, ਉਹ ਵਿਚਾਰ ਮੈਂ ਯਤਨ ਕਰਾਂਗਾ ਆਪ ਜੀ ਨਾਲ ਅੱਜ ਇਤਿਹਾਸ ਦੇ ਪੰਨੇ ਤੋਂ ਮੈਂ ਕਰ ਸਕਾਂ। ਲੜੀਵਾਰ ਵਿਚਾਰ ਸਰਵਨ ਕਰਨ ਤੋਂ ਪਹਿਲਾਂ ਸਮੂਹ ਸਾਧ ਸੰਗਤ ਜੀਓ, ਮਨ ਬਿਰਤੀਆਂ ਕਰੀਏ ਇਕਾਗਰ ਔਰ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਨਿਕ ਤਰਨਾ ਤਾਰਨ ਕਰਹੀ। ਗੁਰੂ ਨਾਨਕ ਸਾਹਿਬ ਬੜੇ ਮਿੱਠੇ ਬੋਲਾਂ ਦੁਆਰਾ ਪੰਡਤ ਜੀ ਨੂੰ ਸਮਝਾ ਰਹੇ ਨੇ। ਪੰਡਤ ਜੀ, ਪਹਿਲੀ ਤੇ ਗੱਲ, ਮਾਇਆ ਵੇੜਿਆ ਬੰਦਾ ਜਦੋਂ ਇਹ ਦੁਨੀਆ ਤੇ ਜਾਂਦਾ ਨਾ, ਛੱਡ ਕੇ ਦੁਨੀਆ ਨੂੰ, ਤੇ ਉਹਨੂੰ ਬੜੀਆਂ ਤਾੜਨਾ, ਕਈ ਤਰ੍ਹਾਂ ਦੀਆਂ ਤਾੜਨਾ ਕੀਤੀਆਂ ਜਾਂਦੀਆਂ। ਉਹ ਤਾੜਦੇ ਕੌਣ ਨੇ? ਭਾਦਰੋਂ ਦਾ ਮਹੀਨਾ 12 ਮਾਹ ਦੀ ਬਾਣੀ ਵਿੱਚੋਂ ਪੜ੍ਹਿਆ ਇਹ ਪਤਾ ਲੱਗ ਜਾਏਗਾ ਕਿ ਤਾੜਦਾ ਕੌਣ ਹੈ। ਪਰ ਨਾਲ ਖਿਆਲ ਇਹ ਵੀ ਰੱਖਣਾ ਕਿ ਉਸ ਮਨੁੱਖ ਦੀ ਇੱਥੇ ਹੁਣ ਵਿਚਾਰ ਚੱਲ ਰਹੀ ਹੈ ਜੋ ਮਾਇਆ ਵੇੜਿਆ ਵਿਸ਼ੇ ਵਿਕਾਰਾਂ ਨਾਲ ਲਿਬੜੀ ਹੋਈ ਆਤਮਾ ਇਸ ਦੁਨੀਆ ਤੋਂ ਜਾ ਰਹੀ ਹੈ। ਇਹ ਉਹਦੀ ਗੱਲ ਹੈ ਜੀ। ਤੇ ਭਾਦੋਏ ਭਰਮ ਭੁਲਾਣੀਆਂ, ਦੂਜੈ ਲੱਗਾ ਹੇਤ, ਲਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੇਤ, ਜਿਤ ਦਿਨ ਦੇਹ ਬਿਨਸੀ। ਜਿਸ ਦਿਨ ਇਹ ਦੇਹ ਬਿਨਸੇਗੀ, ਤੱਤਾਂ ਵਿੱਚ ਤੱਤ ਮਿਲ ਜਾਣਗੇ ਜਿਸ ਦਿਨ। ਜਿਤ ਦਿਨ ਦੇਹ ਬਿਨਸੀ, ਤਿਤ ਵੇਲੇ ਕੈਸਨ ਪ੍ਰੇਤ। ਬਿਨਸੀ ਦੇ ਤੇ ਗਿਆ ਕਿਵੇਂ ਇੱਥੋਂ ਜੀਵਾਤਮਾ? ਧੰਨ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਬਚਨ ਕਰਦੇ ਨੇ ਕਿ ਪਕੜ ਚਲਾਇਨ ਦੂਤ ਜਮ, ਕਿਸੇ ਨਾ ਦੇਨੀ ਭੇਤ। ਜੀਵਾਤਮਾ ਨੂੰ ਨਾ ਪਕੜ ਕੇ ਚਲਾਇਆ ਕਿਹਨਾਂ ਨੇ? ਯਮ ਦੂਤਾਂ ਨੇ। ਹੁਣ ਗੁਰੂ ਨਾਨਕ ਸਾਹਿਬ ਦਾ ਆਪਣਾ ਬਚਨ ਹੈ, ਲੱਖਾਂ ਗੁਰ ਧਾਮਾਂ ਤੇ ਅੰਮ੍ਰਿਤ ਵੇਲੇ ਦੇਖੋ ਪਿਆਰਿਓ, ਆਸਾ ਦੀ ਵਾਰ ਦਾ ਕੀਰਤਨ ਹੁੰਦਾ ਹੈ। ਤੇ ਜਦੋਂ ਆਸਾ ਦੀ ਵਾਰ ਸੁਣੀਏ ਨਾ, ਇਹ ਵਾਰ ਜਿਹੜੀ ਇਹ ਪੌੜੀਆਂ ਦੇ ਆਧਾਰ ਤੇ ਉਚਾਰਨ ਕੀਤੀ ਹੁੰਦੀ ਹੈ। ਤੇ ਦੂਜੀ ਪੌੜੀ ਦੇਖੋ ਪੜ੍ਹ ਕੇ, ਨਾਨਕ ਜੀ ਉਪਾਇ ਕਹਿ, ਲਿਖ ਨਾਮੈ ਧਰਮ ਬਹਾਲਿਆ। ਇਹਦਾ ਅਰਥ ਹੈ ਜੀ ਪਿਆਰਿਓ, ਗੁਰੂ ਨਾਨਕ ਸਾਹਿਬ ਬਚਨ ਕਰਦੇ ਨੇ, ਜੀਵਾਂ ਨੂੰ ਪੈਦਾ ਕੀਤਾ ਸਿਰਜਣਹਾਰ ਪਰਮਾਤਮਾ ਨੇ, ਤੇ ਸਿਰਜ ਕੇ ਨਾ ਇਹਨਾਂ ਜੀਵਾਂ ਸਭਨਾਂ ਤੇ, ਇੱਥੇ ਹੁਣ ਇੱਕ ਦੀ ਗੱਲ ਨਹੀਂ ਹੈ,
ਇੱਕ ਕੌਮ ਦੀ, ਇੱਕ ਮੁਲਕ ਦੀ, ਇੱਕ ਮਜ਼ਹਬ ਦੀ ਗੱਲ ਨਹੀਂ ਹੈ। ਇੱਥੇ ਮਤ ਸਮਝਣਾ ਕਿ ਬਾਣੀ ਜਿਹੜੀ ਹੈ ਕੇਵਲ ਸਿੱਖਾਂ ਲਈ ਹੈ। ਮੇਰੀ ਹੱਥ ਜੋੜ ਕੇ ਆਪ ਨੂੰ ਬੇਨਤੀ ਹੈ, ਗੁਰੂ ਕੇ ਪਿਆਰਿਓ, ਜਿਵੇਂ ਜਿਵੇਂ ਤੰਗ ਸੋਚਣੀ ਅਸੀਂ ਕੀਤੀ ਨਾ ਇਸ ਸਬੰਧ ਵਿੱਚ, ਤਿਵੇਂ ਤਿਵੇਂ ਪੰਥ ਦਾ ਬੜਾ ਨੁਕਸਾਨ ਹੋਇਆ, ਬਹੁਤ ਨੁਕਸਾਨ ਹੋਇਆ। ਬਾਣੀ ਮਨੁੱਖ ਵਾਸਤੇ ਹੈ। ਜਦੋਂ ਇਸੇ ਬਾਣੀ ਦੇ ਮੁਤਾਬਕ ਸੁਰਤੀ ਜੋੜ ਕੇ ਸ਼ਬਦ ਨਾਲ ਕੋਈ ਜੀਵਨ ਜੀਵਦਾ ਸ਼ਬਦ ਦੇ ਆਧਾਰ ਤੇ, ਫਿਰ ਉਹ ਗੁਰੂ ਦਾ ਮੁਰੀਦ ਬਣਦਾ। ਕੀ ਬਣਦਾ ਹੈ? ਗੁਰੂ ਦਾ ਮੁਰੀਦ, ਸਿੱਖ ਬਣ ਜਾਂਦਾ ਹੈ। ਮੁਰੀਦ ਦਾ ਮਤਲਬ ਹੈ ਸਿੱਖ। ਤੇ ਮੇਰੇ ਗੁਰਦੇਵ ਸਮਝਾਉਂਦੇ ਨੇ, ਲਿਖ ਨਾਵੇਂ ਧਰਮ ਬਹਾਲਿਆ। ਜਿਹੜੇ ਜੀਵ ਪੈਦਾ ਕਰਕੇ ਰੱਬ ਨੇ ਇੱਥੇ ਭੇਜੇ, ਉਹਨਾਂ ਦੇ ਸਿਰ ਦੇ ਉੱਤੇ ਉਹਨਾਂ ਦਾ ਲੇਖਾ ਲਿਖਣ ਵਾਸਤੇ ਪਰਮਾਤਮਾ ਨੇ ਧਰਮ ਰਾਜ ਬਹਾਲ ਦਿੱਤਾ। ਇਹਦਾ ਅਰਥ ਇਹ ਹੈ, ਹੁਣ ਹਰ ਵਕਤ ਹਰ ਸਮੇਂ ਸਾਡੇ ਚੰਗੇ ਤੇ ਮੰਦੇ ਕਰਮਾਂ ਦਾ ਲੇਖਾ ਧਰਮ ਰਾਜ ਰਾਹੀਂ ਲਿਖਿਆ ਜਾ ਰਿਹਾ। ਉਹਨੇ ਵੀ ਅੱਗੋਂ 2 ਦੂਤ ਥਾਪ ਦਿੱਤੇ ਧਰਮ ਰਾਜ ਨੇ। ਉਹ ਦੂਤ ਕਿਹੜੇ ਨੇ 2? ਕਹਿੰਦੇ ਇੱਕ ਚਿੱਤਰ ਤੇ ਦੂਜਾ ਗੁਪਤ ਹੈ। ਬਾਣੀ ਵਿੱਚ ਆਇਆ ਜੀ, ਚਿੱਤਰ ਗੁਪਤ ਜੋ ਲਿਖਤੇ ਲੇਖਾ। ਹਰ ਜੀਵ ਦਾ ਚਿੱਤਰ ਤੇ ਗੁਪਤ ਲੇਖਾ ਲਿਖੀ ਜਾ ਰਹੇ ਨੇ। ਥੋੜਾ ਧਿਆਨ ਦੇਣਾ, ਅੱਜ ਇਹੀ ਪ੍ਰਕਰਨ ਹੈ ਇਤਿਹਾਸ ਦਾ। ਤੋ ਗੁਰੂ ਕੇ ਪਿਆਰਿਓ, ਨਾਨਕ ਜੀਉ ਪਾਏ ਕੈ ਲਿਖ ਨਾਵੇਂ ਧਰਮ ਬਹਾਲਿਆ। ਉੱਥੇ ਸੱਚੇ ਹੀ ਸੱਚ ਨਿਬੜੈ। ਹੁਣ ਜਿੱਥੇ ਬੰਦਾ ਗਿਆ ਨਾ ਸਰੀਰ ਛੱਡ ਕੇ ਜੀਵ ਆਤਮਾ ਨਾਲ, ਉੱਥੇ ਝੂਠ ਲਈ ਕੋਈ ਜਗ੍ਹਾ ਨਹੀਂ। ਉੱਥੇ ਝੂਠ ਵਾਸਤੇ ਕੋਈ ਮੁਕਾਮ ਨਹੀਂ ਹੈ, ਕੋਈ ਜਗ੍ਹਾ ਨਹੀਂ। ਕਿਉਂਕਿ ਪਰਮੇਸ਼ਰ ਦੇ ਦਰਬਾਰ ਵਿੱਚ ਕਦੇ ਕੋਈ ਝੂਠ ਨਹੀਂ ਬੋਲ ਸਕਦਾ। ਉੱਥੇ ਸੱਚ ਤੇ ਨਿਬੜੇ ਹੁੰਦੇ ਜੀ। ਉੱਥੇ ਸੱਚੋ ਹੀ ਸੱਚ ਨਿਬੜੈ, ਸੱਚੇ ਹੀ ਸੱਚ, ਕੇਵਲ ਸੱਚ ਤੇ ਨਿਬੜਾ ਹੁੰਦਾ। ਤੇ ਸੱਚ ਕੀ ਹੈ? ਉੱਥੇ ਜ਼ਿੰਦਗੀ ਦਾ ਜਾ ਕੇ ਬਤਾਉਣਾ ਪੈਂਦਾ। ਹੁਣ ਬੰਦਾ ਕਹਿੰਦਾ ਜੋ ਮੈਂ ਕੀਤਾ ਮੈਂ ਕਿਸੇ ਨੂੰ ਦੱਸਿਆ ਹੀ ਨਹੀਂ, ਬੜਾ ਸ਼ਾਤਰ ਬਣਦਾ ਬੰਦਾ। ਜਿੰਨੇ ਨੀਚ ਮਾੜੇ ਘਟੀਆ ਕੰਮ ਕੀਤੇ, ਇਹ ਕਹਿੰਦਾ ਜਦੋਂ ਮੈਂ ਨਹੀਂ ਦੱਸਾਂਗਾ ਤੇ ਕਿਵੇਂ ਪਤਾ ਕਿਸੇ ਨੂੰ ਚੱਲੇਗਾ। ਇਹ ਮੈਂ ਪਹਿਲਾਂ ਹੀ ਬੇਨਤੀ ਕੀਤੀ, ਇਹ ਇੱਥੇ ਚੱਲਦਾ। ਆ ਜਿਹੜੀ ਦੁਨੀਆ ਵਿੱਚ ਹੁਣ ਅਸੀਂ ਰਹਿੰਦੇ ਹਾਂ, ਇੱਥੇ ਝੂਠ ਤੇ ਬਚ ਜਾਂਦੇ ਨੇ ਲੋਕ। ਵੱਡੇ ਵੱਡੇ ਕੇਸਾਂ ਵਿੱਚੋਂ ਬਰੀ ਹੋ ਜਾਂਦੇ ਬੰਦੇ ਝੂਠ ਬੋਲ ਕੇ, ਗਵਾਹ ਝੂਠੇ ਤੇ ਆਪ ਵੀ ਝੂਠ ਬੋਲ ਕੇ। ਲੇਕਿਨ ਉਸ ਘਰ ਦੀ, ਉਸ ਦਰ ਦੀ, ਉਸ ਕਚਹਿਰੀ ਦੀ ਸਭ ਤੋਂ ਵੱਡੀ ਖੂਬੀ ਇਹ ਕਿ ਉੱਥੇ ਝੂਠ ਕੋਈ ਨਹੀਂ ਬੋਲ ਸਕਦਾ, ਚਾਹ ਕੇ ਵੀ ਨਹੀਂ ਬੋਲ ਸਕਦਾ। ਫਿਰ ਪਤਾ ਕਿਵੇਂ ਲੱਗਦਾ? ਪਤਾ ਉਹੀ ਜੋ ਪਹਿਲਾਂ ਮੈਂ ਬੇਨਤੀ ਕੀਤੀ, ਚਿੱਤਰ ਤੇ ਗੁਪਤ ਨੇ ਪਹਿਲਾਂ ਹੀ ਲਿਜਾ ਕੇ ਨਿਰੰਕਾਰ ਦੇ ਪਾਸੋਂ ਰੱਖਿਆ ਹੁੰਦਾ। ਉਹਦੇ ਕੋਲੋਂ ਕੁਝ ਵੀ ਗੁਪਤ ਨਹੀਂ ਹੈ, ਕੁਝ ਵੀ ਸਾਡਾ ਲੁਕਿਆ ਨਹੀਂ ਹੈ। ਹਰ ਵਕਤ ਦਾ ਲੇਖਾ ਜੋਖਾ ਉਹਦੇ ਕੋਲ ਹੈ, ਉੱਥੇ ਹੁੰਦਾ ਹੈ ਲੇਖਾ। ਫਿਰ ਅਗਲੀ ਤੀਜੀ ਪੌੜੀ ਦੇ ਵਿੱਚ ਦੇਖੋ, ਕਿਉਂਕਿ ਸਮਾਂ ਸੀਮਤ ਹੈ, ਮੈਂ ਤੂੰ ਪ੍ਰਮੁੱਖ ਪੰਕਤੀ ਲੈ ਲਈ। ਅਗਲੀ ਪੰਕਤੀ ਦੇਖੋ, ਆ ਪੀਨੈ ਭੋਗ ਭੋਗ ਕਹਿ। ਇਹ ਪੌੜੀ ਦੇ ਅਰਥ ਭਾਈ ਸਾਹਿਬ ਨੇ ਕੀਤੇ ਮੁਕੰਮਲ, ਮੈਂ ਦੇਖਿਆ ਅੱਜ ਦੁਪਹਿਰੇ ਮੁਕੰਮਲ ਇਸ ਪੌੜੀ ਦੀ ਸਾਰੀ ਵਿਆਖਿਆ ਕੀਤੀ ਭਾਈ ਸਾਹਿਬ ਨੇ। ਆ ਪੀਨੈ ਭੋਗ ਭੋਗ, ਇਹ ਭੋਗ ਲਫ਼ਜ਼ 2 ਵਾਰੀ ਆਇਆ ਤੇ ਇਹਨਾਂ ਦੋਨਾਂ ਦੇ ਵਿੱਚ ਹੀ ਅੰਤਰ ਹੈ ਲਿਖਣ ਵਿੱਚ ਵੀ। ਜਿਹੜਾ ਪਹਿਲਾ ਹੈ ਭੱਬੇ ਅੱਖਰ ਨੂੰ ਹੋੜਾ ਤੇ ਗੱਗਾ ਭੋਗ। ਅਗਲਾ ਜਿਹੜਾ ਭੋਗ ਹੈ ਗੱਗੇ ਅੱਖਰ ਨੂੰ ਸਿਹਾਰੀ ਪਈ ਹੋਈ, ਜਿਸ ਦਾ ਮਤਲਬ ਹੈ, ਭੋਗ ਦਾ ਮਤਲਬ ਹੈ ਪਦਾਰਥ। ਭੋਗ ਕੇ, ਖਾ ਕੇ, ਵਰਤ ਕੇ, ਵਿਸ਼ੇ ਵਿਕਾਰ ਭੋਗ ਕੇ। ਹੁਣ ਕੱਲੇ ਪਦਾਰਥ ਹੀ ਬੰਦੇ ਨੇ ਨਹੀਂ ਭੋਗੇ, ਵਿਕਾਰ ਵੀ ਭੋਗੇ। ਮੰਦ ਕਰਮੀ ਵੀ ਰਿਹਾ,
ਉਹ ਜਿੰਨੇ ਭੋਗ ਭੋਗੇ ਨੇ, ਅੱਗੇ ਭੋਗ ਦਾ ਮਤਲਬ ਹੈ ਭੋਗ ਕੇ, ਵਰਤ ਕੇ, ਭੋਗਦਿਆਂ ਹੋਏ ਕੀ ਹੋਏ? ਭਸਮੜ। ਇੱਕ ਦਿਨ ਤਨ ਦੇ ਵਿੱਚੋਂ ਹਵਾ ਨਿਕਲ ਗਈ। ਉਹੀ ਸਵਾਲ ਦਾ ਇਹ ਜਵਾਬ ਹੈ ਜੀ, ਭਈ ਅੱਗੇ ਜਾ ਕੇ ਹੁੰਦਾ ਕੀ ਹੈ? ਤਨ ਦੇ ਵਿੱਚੋਂ ਬਾਬਾ ਕਹਿੰਦਾ ਹਵਾ ਜਦੋਂ ਨਿਕਲਦੀ, ਫਿਰ ਪਰਿਵਾਰ ਕੀ ਕਰਦਾ ਜੀ ਤਨ ਦਾ? ਅਨਕ ਜਤਨ ਕਰ ਕਾਇਆ ਪਾਲੀ, ਮਰਤੀ ਬਾਰ ਅਗਨ ਸੰਗ ਜਾਲੀ। ਉਹਨੂੰ ਲੱਕੜਾਂ ਵਿੱਚ ਰੱਖ ਕੇ ਉਦੋਂ ਦੀ ਪ੍ਰਥਾ ਸੀ ਕਿ ਜਲਾ ਦਿੱਤਾ ਜਾਂਦਾ, ਸਾੜ ਦਿੱਤਾ ਜਾਂਦਾ। ਬਾਬੇ ਨੇ ਵੀ ਇਹੀ ਬਚਨ ਕੀਤੇ ਪੌੜੀ ਵਿੱਚ, ਆ ਪੀਨੈ ਭੋਗ ਭੋਗ ਕਹਿ ਹੋਏ ਭਸਮੜ। ਜਦੋਂ ਲੱਕੜਾਂ 'ਚ ਰੱਖ ਕੇ ਚਵਾਤੀ ਦਿੱਤੀ, ਤਨ ਭਸਮੜ। ਦੋ ਲਫ਼ਜ਼ ਨੇ ਜੀ ਇਹ, ਭਸਮ ਜਮਾ ਮੜੀ। ਮੜੀ ਕਹਿੰਦੇ ਨੇ ਢੇਰੀ ਨੂੰ, ਭਸਮ ਕਹਿੰਦੇ ਨੇ ਸੁਆਹ ਨੂੰ। ਸਰੀਰ ਕੀ ਬਣ ਗਿਆ? ਭਸਮ ਦੀ ਢੇਰੀ। ਸਰੀਰ ਤੇ ਸੁਆਹ ਹੋ ਗਿਆ। ਤਤ ਤੱਤਾਂ ਵਿੱਚ ਰਲ ਗਏ, ਪਵਨੇ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ। ਮਾਟੀ ਮਾਟੀ ਹੋਈ ਏਕ, ਮਿੱਟੀ ਵਿੱਚ ਮਿੱਟੀ, ਹਵਾ ਵਿੱਚ ਹਵਾ। ਇਹ ਤਤ ਤੱਤਾਂ 'ਚ ਮਿਲ ਗਏ ਨੇ। ਸਰੀਰ ਜਲ ਕੇ ਭਸਮ ਦੀ ਢੇਰੀ ਹੋ ਗਿਆ। ਹੁਣ ਜਿਹੜਾ ਅੰਦਰ ਭੌਰ ਸੀ ਜੀਵਾਤਮਾ, ਉਹਦਾ ਕੀ ਬਣਿਆ? ਇਹ ਗੁਰੂ ਨਾਨਕ ਸਾਹਿਬ ਬਚਨ ਕਰਦੇ ਨੇ, ਭੌਰ ਸਿਧਾਇਆ। ਸਿਧਾਇਆ ਦਾ ਮਤਲਬ ਹੈ ਇਸ ਦੁਨੀਆ ਤੋਂ ਕੌਣ ਚੱਲਿਆ? ਸਦਾਇਆ ਮਤਲਬ ਚੱਲਣਾ ਤੋਂ, ਦੁਨੀਆ ਤੋਂ। ਉਹ ਹੈ ਆਤਮਾ, ਜੀਵ ਆਤਮਾ ਚੱਲਿਆ। ਲਓ ਹੁਣ ਦੂਜੀ ਪੰਕਤੀ ਲਓ, ਚੱਲਿਆ ਕਿਵੇਂ? ਜਿਵੇਂ ਭਾਦਰੋਂ ਦੇ ਮਹੀਨੇ 'ਚ ਪੜਿਆ ਨਾ, ਪਕੜ ਚਲਾਇਨ ਦੂਤ ਜਮ, ਯਮ ਦੂਤ ਪਕੜ ਕੇ ਚਲਾਉਂਦੇ ਮਨਮੁਖ ਨੂੰ, ਕਿਉਂਕਿ ਉਹਦਾ ਇਸ ਦੁਨੀਆ ਤੋਂ ਜਾਣ ਨੂੰ ਚਿੱਤ ਨਹੀਂ ਕਰਦਾ। ਇਸ ਲਈ ਉਹਨੂੰ ਇਸੇ ਤਰ੍ਹਾਂ ਹੀ ਲਿਜਾਣ ਦਾ ਸਲੀਕਾ, ਢੰਗ, ਤਰੀਕਾ, ਮਰਿਆਦਾ ਬਣਾਈ ਹੋਈ ਹੈ ਪਰਮੇਸ਼ਰ ਨੇ ਇਹ ਦੁਨੀਆ ਤੋਂ। ਉਹਨੂੰ ਕਿਵੇਂ ਲਿਜਾਇਆ ਜਾਂਦਾ? ਵੱਡਾ ਹੋਆ। ਵੱਡਾ ਹੋਆ ਦਾ ਅਰਥ ਬਣਦਾ ਹੈ ਕਿ ਜਦੋਂ ਪੂਰਾ ਹੋ ਗਿਆ, ਮਰ ਗਿਆ ਮਨਮੁਖ, ਉਹ ਬੰਦਾ ਜਿਹੜਾ ਵੱਡਾ ਹੋਆ, ਦੁਨੀਦਾਰ, ਦੁਨੀਆ ਦੇ ਧੰਦਿਆਂ ਦੇ ਵਿੱਚ ਹੀ ਸਾਰੀ ਜ਼ਿੰਦਗੀ ਉਹਨੇ ਗੁਜ਼ਾਰ ਦਿੱਤੀ ਏ। ਕੂੜ ਕਬਾੜ ਨਾਲ ਹੀ ਜੁੜਿਆ ਰਿਹਾ, ਝੂਠ ਨਾਲ ਹੀ ਜੁੜਿਆ ਰਿਹਾ। ਇੱਕ ਹੋਰ ਬੇਨਤੀ ਕਰਾਂ, ਗੁਰੂ ਨਾਨਕ ਦੇ ਪੰਥ ਵਿੱਚ ਰਸਤੇ ਤੇ ਜਿਹੜਾ ਮਾਰਗ ਗੁਰੂ ਨਾਨਕ ਨੇ ਚਲਾਇਆ, ਉਸ ਮਾਰਗ ਤੇ ਉਹ ਨਹੀਂ ਚੱਲ ਸਕਦਾ ਜਿਸ ਬੰਦੇ ਦੀ ਜ਼ਿੰਦਗੀ ਵਿੱਚ ਝੂਠ ਹੈ। ਇਹਨੂੰ क्षमा ਕਰ। ਸਾਰੀ ਬਾਣੀ ਪੜ੍ਹ ਕੇ ਦੇਖ ਲਓ, ਉਸ ਮਾਰਗ ਦਾ ਪੰਥ ਹੀ ਕੋਈ ਸੱਚਾ ਹੀ ਹੋ ਸਕਦਾ ਜਿਹੜਾ ਸੱਚ ਬੋਲਦਾ, ਸੱਚ ਸੁਣਦਾ, ਸੱਚ ਹੀ ਵੇਖਦਾ। ਝੂਠੇ ਬੰਦੇ ਨੂੰ ਉਹ ਮਾਰਗ ਸਮਝੇ ਵਿੱਚ ਹੀ ਨਹੀਂ ਆ ਸਕਦਾ। ਇਹੀ ਕਾਰਨ ਹੈ, क्षमा ਕਰਨਾ, ਅਸੀਂ ਅੱਜ ਤੱਕ ਉਹ ਮਾਰਗ ਨੂੰ ਨਹੀਂ ਸਮਝ ਸਕੇ ਜਿਹੜਾ ਮਾਰਗ ਗੁਰੂ ਨਾਨਕ ਨੇ ਦਿਖਾਇਆ। ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਬੜਾ ਪਵਿੱਤਰ ਪੰਥ ਚਲਾਇਆ, ਰਾਹ ਮਾਰਗ ਤੋਰਿਆ ਗੁਰੂ ਨਾਨਕ ਸਾਹਿਬ ਨੇ। ਲੇਕਿਨ ਅਫਸੋਸ ਦੀ ਗੱਲ ਇਹ ਹੈ ਕਿ ਅੱਜ ਅਸੀਂ ਉਸ ਮਾਰਗ ਨੂੰ ਸਮਝ ਨਹੀਂ ਸਕੇ, ਜਾਣ ਨਹੀਂ ਸਕੇ। ਫਿਰ ਆਓ, ਜਿੰਨੀ ਸੋਝੀ ਵਾਹਿਗੁਰੂ ਨੇ ਦਿੱਤੀ, ਸਮਝਣ ਦਾ ਯਤਨ ਕਰੀਏ। ਵੱਡਾ ਹੋਆ, ਸਰੀਰ ਵਿੱਚੋਂ ਹਵਾ ਨਿਕਲੀ, ਮਰ ਗਿਆ, ਭਸਮ ਦੀ ਢੇਰੀ ਹੋ ਗਿਆ। ਦੁਨੀਦਾਰ, ਦੁਨੀਆਦਾਰੀ ਵਿੱਚ ਅੱਜ ਵੀ ਸੋਚੋ ਨਾ ਕਿ ਇਹ ਟਾਊਨ ਦੇ ਵਿੱਚ ਵੱਡਾ ਆਦਮੀ ਕੌਣ ਹੈ, ਤੇ ਬਹੁਤਾਤ ਅਸੀਂ ਇਹੀ ਦੇਖਦੇ ਹਾਂ, ਪਹਿਲਾਂ ਤੇ ਸੋਚਦੇ ਹਾਂ ਕਿ ਕੌਣ ਹੈ ਵੱਡਾ, ਪਰ ਉਹਦਾ ਵੱਡਾਪਣ ਕੀ ਦੇਖਦੇ ਹਾਂ ਅਸੀਂ ਭਲਾ? ਜਿਹਦੇ ਕੋਲ ਵੱਡੀ ਗਿਣਤੀ ਵਿੱਚ ਧਨ ਦੌਲਤ ਹੈ, ਜਿਹਦੇ ਕੋਲ ਸੰਪਤੀ ਜ਼ਿਆਦਾ, ਸਾਡੀ ਦ੍ਰਿਸ਼ਟੀ ਉਹਦੇ ਤੇ ਜਾਂਦੀ, ਫਿਰ ਉਹਦਾ ਅਸੀਂ ਨਾਮ ਲੈਂਦੇ ਹਾਂ ਕਿ ਇਹ ਟਾਊਨ ਵਿੱਚ ਉਹ ਫਲਾਣਾ ਆਦਮੀ ਸਭ ਤੋਂ ਵੱਡਾ ਹੈ। ਪਰ ਗੁਰੂ ਨਾਨਕ ਦੇ ਘਰ ਵਿੱਚ ਵੱਡਾ ਹੋਣ ਦੀ ਗੱਲ ਹੀ ਅਲੱਗ ਹੈ। ਪਹਿਲਾਂ ਤੇ ਵੱਡਾ ਉਹ ਹੈ ਜਿਹੜਾ ਮਰ ਗਿਆ, ਮੁੱਕ ਗਿਆ, ਖਤਮ ਹੋ ਗਿਆ। ਤੇ ਦੁਨੀਆਦਾਰੀ ਵਿੱਚ ਵੱਡਾ ਕੌਣ ਹੈ?
ਜਿਹਦੇ ਕੋਲ ਧਨ ਦੌਲਤ ਜਿੰਨੇ ਇਕੱਠੀ ਕਰ ਲਈ ਹੈ। ਤੇ ਗੁਰਬਾਣੀ ਅੰਦਰ ਗੁਰੂ ਸਾਹਿਬ ਕਹਿੰਦੇ ਜੋ ਕੁਝ ਤੂੰ ਬੰਦਿਆ ਇਕੱਠਾ ਕੀਤਾ ਯਾਦ ਰੱਖੀ, ਪਾਪ ਕਰਮ ਕਰਨ ਤੋਂ ਬਿਨਾਂ ਇਹ ਇਕੱਠਾ ਨਹੀਂ ਹੁੰਦਾ। ਪਾਪਾਂ ਬਾਝੋਂ ਹੋਵੇ ਨਾਹੀਂ। ਦੂਜੀ ਗੱਲ, ਜਦੋਂ ਮਰ ਕੇ ਇਸ ਦੁਨੀਆ ਤੋਂ ਪ੍ਰਸਥਾਨਾ ਕਰੇਗਾ, ਚੱਲਣ ਸਮੇਂ ਤੇਰੇ ਨਾਲ ਇਹਦੇ ਵਿੱਚੋਂ ਕੁਝ ਵੀ ਨਹੀਂ ਜਾਣਾ। ਪਾਪਾਂ ਬਾਝੋਂ ਹੋਵੇ ਨਾਹੀਂ, ਮੋਇਆ ਸਾਥ ਨਾ ਜਾਈ। ਮਰਨ ਸਮੇਂ ਇਹਨੇ ਸਾਥ ਨਹੀਂ ਤੇਰਾ ਦੇਣਾ, ਸਾਥ ਨਹੀਂ ਚੱਲਣੀ। ਵੱਡਾ ਹੋਆ ਦੁਨੀਦਾਰ, ਦੁਨੀਆਦਾਰੀ ਵਿੱਚ ਤੇ ਵੱਡਾ ਸੀ, ਭਾਵੇਂ ਉਹ ਤਖਤ ਤੇ ਵੀ ਬੈਠਾ ਰਾਜਾ ਮਹਾਰਾਜਾ ਸੀ, ਦੁਨੀਆ ਤੇ ਹਕੂਮਤ ਵੀ ਕੀਤੀ ਉਹਨੇ, ਪਰ ਗਿਆ ਕਿਵੇਂ ਇਸ ਦੁਨੀਆ ਤੋਂ? ਧਿਆਨ ਦੇਣਾ, ਗਿਆ ਏਦਾਂ। ਗੁਰੂ ਨਾਨਕ ਸਾਹਿਬ ਬਚਨ ਕਰੇ ਨੇ, ਗਲ ਸੰਗਲ ਘੱਤ। ਘੱਤ ਦਾ ਅਰਥ ਹੁੰਦਾ ਪਿਆਰਿਓ ਪਾ ਕੇ, ਘੱਤ ਕੇ ਪਾ ਕੇ। ਕੀ? ਸੰਗਲ। ਗਲ ਸੰਗਲ ਘੱਤ ਚਲਾਇਆ। ਚਲਾਇਆ ਦਾ ਮਤਲਬ ਸਮਝ ਗਏ ਨਾ, ਚੱਲਿਆ ਨਹੀਂ ਆ ਉਹ। ਹੁਣ ਦੇਖੋ ਦੂਜਾ ਪੱਖ ਲੈ ਲਓ ਥੋੜਾ ਜਿਹਾ। ਗੁਰਮੁਖ ਹੈ ਜਿਹਨੇ ਨਾਮ ਜਪਿਆ, ਸੇਵਾ ਕੀਤੀ, ਸਿਮਰਨ ਕੀਤਾ, ਉਹ ਇਸ ਦੁਨੀਆ ਤੋਂ ਚੱਲਿਆ। ਉਹਦੇ ਲਈ ਭਾਈ ਗੁਰਦਾਸ ਨੇ ਬਚਨ ਕੀਤਾ, ਗੁਰਮੁਖ ਜਨਮ ਸਵਾਰ ਧਰ ਗਏ ਚੱਲਿਆ। ਉਹਨੂੰ ਚਲਾਇਆ ਨਹੀਂ ਕਿਸੇ ਨੇ। ਗੁਰਮੁਖ ਇਹ ਦੁਨੀਆ ਤੋਂ ਚੱਲਦਾ ਤੇ ਮਨਮੁਖ ਨੂੰ ਚਲਾਇਆ ਜਾਂਦਾ। ਵੱਡਾ ਹੋਆ ਦੁਨੀਦਾਰ, ਗਲ ਸੰਗਲ ਘੱਤ ਚਲਾਇਆ। ਉਹਦੇ ਗਲੇ ਵਿੱਚ ਸੰਗਲ ਪਾ ਕੇ ਉਹਨੂੰ ਅੱਗੇ ਲਾ ਲਿਆ ਜਾਂਦਾ, ਧੱਕੇ ਮਾਰ ਕੇ ਇਸ ਦੁਨੀਆ ਤੋਂ। ਗਲ ਸੰਗਲ ਘੱਤ ਚਲਾਇਆ। ਰਹੀ ਹੁਣ ਗੱਲ ਅੱਗੇ ਦੀ, ਜੋ ਸਵਾਲ ਕੀਤਾ ਪੰਡਤ ਜੀ ਨੇ। ਅੱਗੇ ਹੁੰਦਾ ਕੀ ਹੈ? ਸਾਹਿਬ ਕਹਿੰਦੇ ਅੱਗੇ ਕਰਨੀ ਕੀਰਤ ਵਾਚੀ ਹੈ। ਕਰਨੀ ਜੋ ਅਸੀਂ ਕੰਮ ਕੀਤੇ ਨੇ, ਮਾਫ ਕਰਨਾ। ਰੱਬ ਨੇ ਸਾਨੂੰ ਦਿੱਤਾ ਸਰੀਰ, ਇੱਕ ਪੈਲੀ ਹੈ, ਖੇਤ ਹੈ, ਤੇ ਨਾਲ ਹੀ ਗੁਰੂ ਸਾਹਿਬਾਂ ਨੇ ਹੁਕਮ ਕਰ ਦਿੱਤਾ ਇਹਦੇ ਵਿੱਚ ਜੋ ਬੀਜਣਾ ਬੀਜ। ਪਰ ਦੁਨੀਆ ਤੇ ਬੀਜ ਦੋ ਤਰ੍ਹਾਂ ਦੇ ਨੇ। ਇਹ ਤੇਰੀ ਮਰਜ਼ੀ, ਬੀਜ ਲੈ ਜੋ ਬੀਜਣਾ। ਹੁਣ ਕਿਸਾਨ ਕੋਲ ਜ਼ਮੀਨ ਹੈ, ਤੁਸੀਂ ਉਹਨੂੰ ਜ਼ਬਰਦਸਤੀ ਨਹੀਂ ਕਹਿ ਸਕਦੇ ਕਿ ਝੋਨਾ ਨਾ ਲਾ, ਇਹਦੇ ਵਿੱਚ ਸਿਰਫ ਗੇਹੂੰ ਕਣਕ ਹੋਗਾ, ਮੱਕੀ ਹੋਗਾ। ਉਹਦੀ ਮੌਜ ਹੈ, ਜੋ ਮਰਜ਼ੀ ਉਗਾਏ, ਮਾਲਕ ਹੈ। ਸਰੀਰ ਦਾ ਵੀ ਤੈਨੂੰ ਮਾਲਕ ਬਣਾ ਕੇ ਬੰਦਿਆ ਰੱਬ ਨੇ ਭੇਜਿਆ। ਤੇ ਪਾਪ ਪੁੰਨ ਬੀਜ ਕੀ ਪੋਟ, ਪੋਟ ਮਤਲਬ ਥੈਲੀਆਂ। ਬੀਜ ਦੀਆਂ ਦੋ ਥੈਲੀਆਂ ਨੇ, ਇੱਕ ਪਾਪ ਹੈ ਤੇ ਦੂਜਾ ਕੀ ਹੈ ਜੀ? ਪੁੰਨ। ਹੁਣ ਤੇਰੀ ਮਰਜ਼ੀ ਹੈ ਕਿ ਤੂੰ ਬੀਜਣਾ ਕੀ ਹੈ। ਕਿਸੇ ਨੂੰ ਪੁੱਛਣ ਤੇ ਦੱਸਣ ਦੀ ਲੋੜ ਨਹੀਂ, ਆਪੇ ਹੀ ਬੈਠ ਕੇ ਸੋਚ ਲੈਂਦੇ ਹਾਂ ਅਸੀਂ। ਲੈ ਸੋਚ ਸਕਦੇ ਹਾਂ, ਆਪਣੇ ਆਪ ਤੋਂ ਪੁੱਛਣਾ ਕਿ ਜਿਹੜਾ ਮੈਂ ਜੀਵਨ ਗੁਜ਼ਾਰਿਆ ਇਹਦੇ ਵਿੱਚ ਮੈਂ ਬੀਜਿਆ ਕੀ? ਸਰੀਰ ਖੇਤ ਵਿੱਚ ਕਿਹੜੇ ਕੰਮ ਕੀਤੇ ਨੇ, ਚੰਗੇ ਕਿ ਮੰਦੇ? ਹਰ ਬੰਦੇ ਨੂੰ ਪਤਾ ਹੈ। ਕਾਰਨ ਇਹ ਹੈ ਕਿ ਕਬੀਰ ਜੀ ਕਹਿੰਦੇ ਜਿੰਨੇ ਮਾੜੇ ਕੰਮ ਕੀਤੇ ਨੇ ਉਹ ਤੇ ਅਸੀਂ ਬਾਹਰ ਨਿਕਲਣੇ ਨਹੀਂ ਦਿੱਤੇ, ਅੰਦਰ ਹੀ ਰੱਖੇ ਹੋਏ ਨੇ ਸਾਂਭ ਕੇ। ਕਬੀਰ ਜੇਤੇ ਪਾਪ ਕੀਏ ਰਾਖੇ ਤਲੇ ਦੁਰਾਏ, ਛੁਪਾ ਕੇ ਰੱਖੇ ਨੇ। ਪ੍ਰਗਟ ਹੋਏ ਉਹ ਛੁਪੇ ਨਹੀਂ ਰਹਿੰਦੇ, ਅੰਤ ਸਮੇਂ ਪ੍ਰਗਟ ਹੋ ਜਾਂਦੇ। ਕਿੱਥੇ? ਜਬ ਪੁੱਛੇ ਧਰਮ ਰਾਏ। ਉਸ ਰੱਬ ਦੀ ਕਚਹਿਰੀ ਦੀ ਗੱਲ ਕਰ ਰਹੇ ਹਾਂ ਨਾ, ਉੱਥੇ ਜਾ ਕੇ ਬੰਦੇ ਦੇ ਕੀਤੇ ਹੋਏ ਮਾੜੇ ਕੰਮ ਹੀ ਪ੍ਰਗਟ ਹੋ ਜਾਂਦੇ ਨੇ। ਮਾੜੇ ਕੀਤੇ ਕਰਮ ਹੀ ਜੀਵ ਦੇ ਵਿਰੁੱਧ ਵਿੱਚ ਗਵਾਹੀ ਦੇ। ਇਹ ਛੁਪਾ ਕੇ ਰੱਖਦਾ, ਛੁਪਾ ਕੇ। ਨਾ ਪਤਨੀ ਨੂੰ ਦੱਸਿਆ, ਨਾ ਬੱਚਿਆਂ ਨੂੰ ਦੱਸਿਆ, ਪਰਿਵਾਰ ਦੇ ਕਿਸੇ ਸੱਜਣ ਮਿੱਤਰ ਨੂੰ ਵੀ ਨਹੀਂ ਦੱਸਿਆ। ਉਹ ਛੁਪੇ ਨਹੀਂ ਰਹੇ। ਗੁਰਬਾਣੀ ਕਹਿ ਰਹੀ ਹੈ ਕਿ ਉਹਨਾਂ ਪ੍ਰਗਟ ਹੋ ਜਾਣਾ ਅੰਤ ਸਮੇਂ। ਪ੍ਰਗਟ ਹੋਏ ਨਿਦਾਨ ਓੜਕ ਅੰਤ ਸਮੇਂ, ਜਬ ਪੁੱਛੇ ਧਰਮ ਰਾਏ। ਕੋਈ ਪੜਦਾ ਨਹੀਂ ਸਾਹਿਬਾਂ ਨੇ ਰੱਖਿਆ। ਜਦੋਂ ਧਰਮ ਰਾਜ ਪੁੱਛਦਾ, ਇੱਕ ਇੱਕ ਕਰਮ ਪ੍ਰਗਟ ਹੋ ਕੇ ਪ੍ਰਤੱਖ ਹੋ ਕੇ ਸਾਹਮਣੇ ਆ ਜਾਂਦਾ। ਕਿਸੇ ਗਵਾਹ ਦੀ ਲੋੜ ਨਹੀਂ ਹੈ ਕਿ ਫਲਾਣਾ ਬੰਦਾ ਪਕੜ ਕੇ ਲਿਆਓ, ਹੁਣ ਉਹ ਆ ਕੇ ਗਵਾਹੀ ਦੇ ਜਿਹਦੇ ਸਾਹਮਣੇ ਨੇ ਇਹ ਕੀਤਾ। ਪਰਮੇਸ਼ਰ ਨੂੰ ਕਿਸੇ ਗਵਾਹ ਦੀ ਕੋਈ ਜ਼ਰੂਰਤ ਨਹੀਂ। ਬੰਦੇ ਦੇ ਕੀਤੇ ਅਮਲ ਅਮਾਲ ਹੀ ਰੱਬ ਦੀ ਕਚਹਿਰੀ ਵਿੱਚ ਗਵਾਹੀ ਦਿੰਦੇ ਨੇ। ਅਮਲ ਜੇ ਕੀਤੇ ਦੁਨੀ ਵਿੱਚ ਫਰੀਦਾ, ਅਮਲ ਜੇ ਕੀਤੇ ਦੁਨੀ ਵਿੱਚ ਸੇ ਦਰ ਗਏ ਉਗਾ। ਉਹਨਾਂ ਅਮਲ ਅਮਾਲਾਂ ਕੰਮਾਂ ਨਹੀਂ ਤੇਰੀ ਗਵਾਹੀ ਪਾਈ। ਅੱਗੇ ਕਰਨੀ ਕੀਰਤ ਵਾਚੀ ਹੈ।
ਉੱਥੇ ਬੰਦੇ ਦੇ ਕੀਤੇ ਕੰਮ, ਅੱਗੇ ਆ ਕੀਰਤ, ਕਿਰਤ ਨਹੀਂ ਆ ਉੱਥੇ ਜੀ, ਕੀਰਤ ਹੈ। ਕੀਰਤ ਦਾ ਅਰਥ ਹੁੰਦਾ ਰੱਬੀ ਸਿਫਤ ਸਲਾਹ। ਹੁਣ ਸਾਰਿਆਂ ਨੇ ਮੰਦੇ ਕੰਮ ਨਹੀਂ ਕੀਤੇ, ਬੜੇ ਗੁਰਮੁਖ ਪਿਆਰੇ ਵੀ ਨੇ ਆਪ ਵਰਗੇ ਜਿਹੜੇ ਸਤਸੰਗ ਵਿੱਚ ਬੈਠ ਕੇ ਰੱਬੀ ਸਿਫਤ ਸੁਣਦੇ, ਨਿਤਨੇਮ ਕਰਦੇ, ਬਾਣੀ ਪੜ੍ਹਦੇ, ਸਿਮਰਨ ਕਰਦੇ, ਗੁਰੂ ਨਾਨਕ ਦੇ ਦੱਸੇ ਮਾਰਗ ਤੇ ਜੁਲਦੇ, ਚੱਲਦੇ, ਤੁਰਦੇ ਨੇ, ਸੰਜਮ ਵਿੱਚ ਰਹਿ ਕੇ ਜੀਵਨ ਗੁਜ਼ਾਰਦੇ ਨੇ। ਉਹਨਾਂ ਲਈ ਹੈ ਕੀਰਤ ਲਫ਼ਜ਼, ਤੇ ਮੰਦ ਕਰਮੀਆਂ ਲਈ ਹੈ ਕਿਰਤ। ਮੰਦ ਕਰਮੀ ਤੇ ਕੀਰਤ ਰੱਬੀ ਸਿਫਤ, ਤੇ ਦੋਨਾਂ ਦਾ ਉੱਥੇ ਹਿਸਾਬ ਕਿਤਾਬ ਹੁੰਦਾ ਜੀ। ਅੱਗੇ ਜਾ ਕੇ ਅੱਗੇ ਕਰਨੀ ਕਿਰਤ ਵਾਚੀਐ, ਕੀਰਤ ਵਾਚੀਐ। ਰੱਬ ਕਾਲਾ ਨਹੀਂ ਪੈਂਦਾ, ਉਹ ਤੇ ਸ਼ਾਂਤ ਹੈ। ਬਹਿ ਬਿਠਾ ਕੇ ਜੀਵ ਨੂੰ, ਬਹਿ ਲੇਖਾ ਕਰ ਸਮਝਾਇਆ, ਸਮਝਾ ਦਿੱਤਾ ਜਾਂਦਾ। ਹੁਣ ਅੰਦਾਜ਼ਾ ਲਾਓ, ਜਦੋਂ ਜੀਵ ਲੇਖਾ ਸਮਝ ਲੈ, ਇੱਦਾਂ ਵੀ ਆਪਾਂ ਲੈ ਸਕਦੇ ਹਾਂ ਇਹਨੂੰ। ਕਈ ਵਾਰੀ ਪਿੰਡਾਂ ਵਿੱਚ ਜਦੋਂ ਕੋਈ ਕੁਕਰਮ ਕਰਦਾ ਸੀ ਤੇ ਉਹਨੂੰ ਬਿਠਾ ਲਿਆ ਜਾਂਦਾ ਸੀ ਮੋਹ ਸਾਹਿਬਾਂ ਵਿੱਚ, ਪਿੰਡ ਦੇ ਮੋਤਬਾਰ ਬੰਦਿਆਂ, ਸਿਆਣਿਆਂ, ਦਾਨਿਆਂ ਵਿੱਚ, ਤੇ ਪੁੱਛਦੇ ਸਨ, ਭਾਈ ਤੂੰ ਇਹ ਕੰਮ ਕੀਤਾ? ਨਾ ਨੁੱਕਰ ਵੀ ਕਰੇ ਤੇ ਫਿਰ ਸਬੂਤ ਮਿਲ ਜਾਣ ਤੇ ਉਹ ਹਾਂ ਕਰਦਾ, ਮੈਂ ਕੀਤਾ, ਮੇਰੇ ਕੋਲੋਂ ਇਹ ਕੰਮ ਹੋਇਆ, ਮੈਂ ਕੀਤਾ। ਫਿਰ ਕੀ ਹੁੰਦਾ? ਜਦੋਂ ਕੋਈ ਕਬੂਲ ਕਰ ਲੇ, ਪ੍ਰਵਾਨ ਕਰ ਲੇ, ਰੱਬ ਦੇ ਘਰ ਤੇ ਪ੍ਰਤੱਖ ਪ੍ਰਮਾਣ ਨੂੰ ਕੋਈ ਜ਼ਰੂਰਤ ਹੀ ਨਹੀਂ ਹੈ। ਸਭ ਕੀਤੇ ਕੰਮ ਹੀ ਪ੍ਰਤੱਖ ਗਵਾਹੀ ਦੇ ਰਹੇ ਨੇ। ਉੱਥੇ ਤੇ ਕਿਸੇ ਪੁੱਛਣ ਦੀ ਲੋੜ ਨਹੀਂ, ਉੱਥੇ ਤੇ ਹੁਣ ਅੱਗੇ ਨਿਆਂ ਹੁੰਦਾ, ਤੇ ਨਿਆਂ ਦੇ ਵਿੱਚ ਜੱਜ ਰੂਪੀ ਪਰਮਾਤਮਾ ਦੇ ਦੋ ਸਵਾਲ ਨੇ। ਉਹ ਰਹਿਮ ਵਿੱਚ ਆ ਜੇ ਤੇ ਵੱਡੇ ਵੱਡੇ ਗੁਨਾਹਗਾਰਾਂ ਨੂੰ ਬਖਸ਼ ਦਿੰਦਾ। ਜੱਜ ਦੇ ਵੀ ਪਾਸ ਉਹਦੀ ਕਲਮ ਵਿੱਚ ਤਾਕਤ ਹੈ, ਉਹਦੇ ਬੋਲਾਂ ਵਿੱਚ। ਉਹ ਚਾਹੇ ਤੇ ਵੱਡੇ ਤੋਂ ਵੱਡੇ ਗੁਨਾਹਗਾਰ ਨੂੰ ਬਰੀ ਕਰ ਦੇ, ਉਹ ਚਾਹੇ ਤੇ ਬੰਨ ਦੇਵੇ, ਉਮਰ ਭਰ ਕਾਰਾਗ੍ਰਹਿ 'ਚ ਸੁੱਟ ਦੇਵੇ। ਇੱਦਾਂ ਹੀ ਰੱਬ ਦੇ ਘਰ ਦਾ ਅਸੂਲ ਹੈ। ਅੱਗੇ ਕਰਨੀ ਕੀਰਤ ਵਾਚੀਐ, ਬਹਿ ਲੇਖਾ ਕਰ ਸਮਝਾਇਆ। ਤੇ ਜਦੋਂ ਲੇਖਾ ਸਮਝ ਜਾਂਦਾ ਨਾ ਜੀ, ਫਿਰ ਕੀ ਹੁੰਦਾ? ਪੰਡਤ ਹਰਦਿਆਲ ਪੁੱਛ ਰਿਹਾ, ਬਾਬਾ ਅੱਗੇ ਹੁੰਦਾ ਕੀ ਹੈ? ਬਾਬੇ ਨੇ ਕਿਹਾ, ਇੱਕ ਤੇ ਆ ਹੁੰਦਾ, ਬੰਦੇ ਦੇ ਕੀਤੇ ਕਰਮਾਂ ਨੂੰ ਉੱਥੇ ਵਾਚਿਆ ਜਾਂਦਾ ਹੈ। ਵਾਚਣ ਤੇ ਵਿਚਾਰਨ ਤੋਂ ਬਾਅਦ ਕੀ ਹੁੰਦਾ? ਥਾਉ ਨਾ ਹੋਈ ਪੌਦੀ। ਪੌਦੀ ਕਹਿੰਦੇ ਨੇ ਪੈਰ ਦੀ ਜੁੱਤੀ ਨੂੰ। ਹੁਣ ਮੈਨੂੰ ਮਾਫ ਕਰਨਾ, ਉੱਥੇ ਕਿਸੇ ਦੇ ਪੈਰ ਵਿੱਚ ਕੋਈ ਜੁੱਤੀ ਨਹੀਂ ਹੈ। ਇਹ ਵੀ ਗੱਲ ਵਿਚਾਰਨ ਵਾਲੀ। ਉੱਥੇ ਜਿੰਨੇ ਰੱਬ ਕੋਲ ਬੈਠੇ ਨੇ, ਕਿਸੇ ਦਾ ਸਰੀਰ ਵੀ ਹੈ ਨਹੀਂ। ਮੈਨੂੰ ਮਾਫ ਕਰ ਦੇਣਾ, ਮੈਂ ਬਿਲਕੁਲ ਨਰੋਲ ਸੱਚਾਈ ਗੁਰਬਾਣੀ ਦੀ ਆਪ ਸਾਹਮਣੇ ਰੱਖ ਰਿਹਾ। ਪਿਆਰਿਓ, ਨਾ ਤੇ ਉੱਥੇ ਕਿਸੇ ਦਾ ਸਰੀਰ ਹੈ, ਨਾ ਉੱਥੇ ਕਿਸੇ ਨੇ ਪੈਰ ਵਿੱਚ ਜਦ ਸਰੀਰ ਹੀ ਨਹੀਂ ਤੇ ਜੁੱਤੀ ਦਾ। ਹੁਣ ਇਹਦਾ ਅਰਥ ਕੀ ਪੌਦੀ ਦਾ ਕਰੀਏ? ਚਲੋ ਪਹਿਲਾਂ ਆ ਨਗਰ ਵਿੱਚ ਜਿਹੜੇ ਬੰਦੇ ਨੇ ਗੁਨਾਹ ਕੀਤਾ, ਉਹਨੂੰ ਪਤਾ ਹੈ, ਸਾਬਤ ਹੋ ਜੇ ਤੇ ਕੀ ਕਹਿੰਦੇ ਸਭਾ 'ਚ ਬੈਠੇ ਲੋਕ? ਬੜੀਆਂ ਲਾਹਣਤਾਂ ਦਿੰਦੇ ਕਿ ਨਹੀਂ ਦਿੰਦੇ? ਉਹਦੇ ਮੂੰਹ ਤੇ ਹੀ ਕਹਿੰਦੇ ਨੇ। ਫਿਰ ਜਦੋਂ ਸਭਾ 'ਚ ਉੱਠ ਪੈਂਦੇ ਨੇ ਨਾ, ਕਈ ਮੇਰੇ ਵਰਗੇ ਹਿਲਤੀ ਬਾਹਰ ਜਾ ਕੇ ਪਤਾ ਕੀ ਕਹਿੰਦੇ ਨੇ? ਫਲਾਣੇ ਨੂੰ ਅੱਜ ਭਰੀ ਸਭਾ ਵਿੱਚ ਬੜੀਆਂ ਜੁੱਤੀਆਂ ਪਈਆਂ। ਧਿਆਨ ਦੇਣਾ ਥੋੜਾ। ਕਹਿੰਦੇ ਆ ਨਾ, ਉਸ ਸਭਾ ਵਿੱਚ ਵੀ ਤੇ ਇਸ ਸਭਾ ਵਿੱਚ ਵੀ ਜੁੱਤੀ ਕਿਸੇ ਨੇ ਪਾਈ ਹੁੰਦੀ ਸੀ। ਜੁੱਤੀ ਉਸ ਸਭਾ ਵਿੱਚ ਵੀ ਹੈ ਨਹੀਂ, ਇਸ ਸਭਾ ਵਿੱਚ ਵੀ ਹੈ ਨਹੀਂ। ਫਿਰ ਜੁੱਤੀਆਂ ਕੀ ਨੇ? ਉਹ ਭਾਈ ਸਾਹਿਬ ਨੇ ਆ ਜਿਹੜਾ ਪਹਿਲਾ ਬਚਨ ਕੀਤਾ ਨਾ, ਤਾਰਨ, ਤਾੜਨਾ, ਸਾਸਨਾ, ਇਹੀ ਦੰਡ ਮਿਲਦਾ ਉੱਥੇ। ਉੱਥੇ ਪਵਿੱਤਰ ਆਤਮਾ ਕਹਿੰਦੀਆਂ ਨੇ ਉਸ ਬੰਦੇ ਦੇ ਲਈ, ਮਨਮੁਖ ਦੇ ਲਈ, ਜਿਹਨੇ ਜੀਵਨ ਦੀ ਬਾਜੀ ਸੰਸਾਰ ਦੇ ਧੰਦਿਆਂ ਵਿੱਚ, ਕੁਕਰਮਾਂ ਵਿੱਚ ਤੇ ਨੀਚ ਕੰਮਾਂ ਵਿੱਚ ਗੁਜ਼ਾਰੀ ਹੈ ਨਾ। ਮਾੜਾ ਬੋਲ ਕੇ, ਵਿਕਾਰ ਭੋਗ ਕੇ, ਦੂਜੇ ਦਾ ਹੱਕ ਖਾ ਕੇ, ਮਾੜੀ ਕਿਰਤ ਕਰਕੇ ਜਿਹੜਾ ਇੱਥੋਂ ਗਿਆ, ਉਹਨੂੰ ਤਾੜਨਾ ਮਿਲਦੀ। ਫਿਰ ਕੀ ਕਿ ਤੈਨੂੰ ਜੀਵਨ ਰੱਬ ਨੇ ਇੰਨਾ ਵਧੀਆ ਦਿੱਤਾ ਸੀ, ਤੂੰ ਗਵਾ ਕੇ ਆ, ਬਰਬਾਦ ਕਰ। ਅੱਗੇ ਕਰਨੀ ਕੀਰਤ ਵਾਚੀਐ, ਬੈ ਲੇਖਾ ਕਰ ਸਮਝਾਇਆ। ਫਿਰ ਥਾਉ ਨਾ ਹੋਏ ਪੌਦੇ ਉਸ ਸਥਾ, ਇੰਨੀ ਸਾਸਣਾ ਤਾੜਨਾ, ਲਾਹਣਤਾਂ ਪੈਂਦੀਆਂ ਨੇ ਬੰਦੇ ਨੂੰ ਕਿ ਫਿਰ ਲਾਹਣਤਾਂ ਰੂਪੀ ਜੁੱਤੀਆਂ ਪੈਂਦੀਆਂ, ਥਾਂ ਨਹੀਂ ਲੱਭਦੀ ਕਿ ਮੂੰਹ ਕਿੱਥੇ ਛੁਪਾਵਾਂ। ਥਾਉ ਨਾ ਹੋਈ ਪੌਦੀ। ਹੁਣ ਸੁਣੀਏ,
ਉਹਨੂੰ ਜਿਹੜੀਆਂ ਇਹ ਗਾਲਾਂ ਕਹਿ ਲੋ, ਸੱਸ ਨਾ ਕਹਿ ਲੋ, ਤੜ ਨਾ ਕਹਿ ਲੋ, ਉੱਥੇ ਮਿਲਦੀਆਂ ਨੇ ਨਾ, ਉਹ ਸੁਣਦੇ ਆ ਜਗ੍ਹਾ ਨਹੀਂ ਮਿਲਦੀ ਕਿ ਮੈਂ ਕਿੱਥੇ ਮੂੰਹ ਲੁਕਾਂ। ਮਨ ਅੰਧੇ ਜਨਮ ਗਵਾਏ। ਜੀਵਨ ਜਿਹੜਾ ਗਵਾ ਕੇ ਤੂੰ ਹਾਰ ਕੇ ਜਾਣਾ ਨਾ, ਇਹ ਹਾਲ ਉਹਦਾ ਹੁੰਦਾ। ਭਾਈ ਸਾਹਿਬ ਅਗਲੀ ਪੰਕਤੀ ਵਿੱਚ ਆ ਦੇਖੋ ਕੀ ਬਚਨ ਕਰ ਰਹੇ ਹਨ। ਗਰ ਮੈਂ ਗਰੂਏ ਸੰਗਰ ਪਰਹੀ। ਇੱਥੋਂ ਚੱਲਣ ਸਮੇਂ ਭਾਈ ਸਾਹਿਬ ਕਹਿੰਦੇ ਗਲ ਦੇ ਵਿੱਚ ਜੀਵ ਦੇ ਭਾਰੀ ਗਰਭ ਦਾ ਮਤਲਬ ਹੈ ਭਾਰੀ ਸੰਗਲ ਪਾ ਲਏ ਜਾਂਦੇ। ਹੁੰਦੀ ਤੇ ਜੀਵ ਆਤਮਾ ਛੋਟੀ ਜੀ, ਪਰ ਉਹਦੇ ਗਲੇ ਵਿੱਚ ਸੰਗਲ ਕਾਹਦੇ ਨੇ? ਵਿਦਵਾਨਾਂ ਨੇ ਦੱਸਿਆ ਕਿ ਮੋਹ ਦੇ ਸੰਗਲ। ਅੱਜ ਜਿੰਨਾ ਮੋਹ ਅਸੀਂ ਇਕੱਠਾ ਕੀਤਾ, ਇਹਦੇ ਹੀ ਸੰਗਲ ਬਣ ਜਾਣੇ, ਇਹਦੇ ਹੀ ਬੰਧਨ ਬਣ ਜਾਣੇ ਨੇ। ਉਹੀ ਬੰਧਨ ਇਹਦੇ ਗਲੇ ਵਿੱਚ ਪਾ ਦਿੱਤੇ ਜਾਂਦੇ ਅੰਤ ਸਮੇਂ। ਤਪਤ ਥਮ ਸੋ ਐਚ ਲਗਾਵੈ। ਫਿਰ ਇਹਨੂੰ ਦੰਡ ਉੱਥੇ ਕੀ ਮਿਲਦਾ ਹੈ ਜੀ? ਤਪਤ ਥਮ। ਜਿਵੇਂ ਪ੍ਰਤੱਖ ਤੌਰ ਤੇ ਕਹਿੰਦੇ ਸਤਯੁਗ ਵਿੱਚ ਭਗਤ ਹੋਏ ਨੇ ਪ੍ਰਹਿਲਾਦ ਜੀ। ਇਹ ਸਤਯੁਗ ਵਿੱਚ ਹੋਇਆ ਜੀ ਪ੍ਰਹਿਲਾਦ। ਧਰੂ ਵੀ ਸਤਯੁਗ ਦਾ ਭਗਤ ਹੈ ਤੇ ਪ੍ਰਹਿਲਾਦ ਵੀ ਸਤਯੁਗੀਏ ਭਗਤ ਨੇ। ਅੱਜ ਅਸੀਂ ਕਈ ਪ੍ਰਾਣੀਆਂ ਕੋਲੋਂ ਇਹ ਵੀ ਸੁਣਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰਾਮ ਦੇਖੋ ਕਿੰਨੀ ਵਾਰੀ ਸ਼ਬਦ ਆਇਆ। ਮਾਫ ਕਰਨਾ, ਇਹ ਰਾਮ ਲਫ਼ਜ਼ ਤੇ ਉਦੋਂ ਵੀ ਸੀ ਜਦੋਂ ਸਤਯੁਗ ਸੀ। ਬਾਬਾ ਕਬੀਰ ਜੀ ਨੇ ਦੱਸਿਆ ਨਾ, ਜਿਹੜੇ ਲੋਕ ਕਹਿੰਦੇ ਨੇ ਕਿ ਨਾਮ ਕਿਵੇਂ ਜਪਣਾ, ਤੇ ਉਹਨਾਂ ਨੇ ਦੱਸਿਆ ਕਿ ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ। ਤੇ ਜੇ ਧਰੂ ਪ੍ਰਹਿਲਾਦ ਨੇ ਰਾਮ ਰਾਮ ਜਪਿਆ ਤੇ ਉਹ ਤੇ ਸਤਯੁਗ ਵਿੱਚ ਹੋਏ ਨੇ, ਇਹ ਰਾਮ ਤ੍ਰੇਤੇ ਵਿੱਚ ਹੋਏ ਨੇ। ਕੋਈ ਗੱਲ ਬਣਦੀ ਹੀ ਨਹੀਂ। ਇਹਦਾ ਮਤਲਬ ਉਸ ਰਾਮ ਦੇ ਵਿੱਚ ਤੇ ਇਸ ਰਾਮ ਦੇ ਵਿੱਚ ਅੰਤਰ ਹੈ, ਫਰਕ ਹੈ। ਉਹ ਰਾਮ ਜਿਹੜਾ ਸਤਯੁਗ ਵਾਲਾ, ਉਹ ਤੇ ਘਟ ਘਟ ਵਿੱਚ ਹੈ, ਜ਼ਰੇ ਜ਼ਰੇ ਵਿੱਚ ਹੈ। ਇਹ ਰਾਮ ਦਾ ਤੇ ਸਰੀਰ ਹੈ, ਉਸ ਰਾਮ ਦਾ ਸਰੀਰ ਕੋਈ ਨਹੀਂ। ਉਹ ਰਾਮ ਜੋਤ ਹੈ, ਇਹ ਰਾਮ ਸਰੀਰ ਹੈ। ਇਸ ਰਾਮ ਦੀ ਮਾਂ ਹੈ, ਪਿਤਾ ਹੈ, ਭਾਈ ਨੇ, ਪਤਨੀ ਹੈ, ਪਰ ਉਹਦਾ ਕੋਈ ਨਹੀਂ। ਨਾ ਤਾਤੈ, ਨਾ ਮਾਤੈ, ਨਾ ਜਾਤੈ, ਨਾ ਪਾਤੈ। ਇਹ ਉਹ ਰਾਮ ਹੈ ਜੀ, ਜਿਹਦਾ ਕੋਈ ਸ਼ਰੀਕ ਵੀ ਨਹੀਂ ਹੈ। ਨਿਰਸਾਕੰ ਸ਼ਰੀਕ ਹੈ, ਅਮਿਤੋ ਅਮੀਕ ਹੈ। ਉਹਦੇ ਗੁਣ ਤੇ ਕਲਗੀਧਰ ਪਿਤਾ ਨੇ ਵਰਣਨ ਕੀਤੇ ਜਾਪ ਸਾਹਿਬ ਵਿੱਚ। ਤੋ ਗੁਰੂ ਕੇ ਪਿਆਰਿਓ, ਅਸਲ ਦੇ ਵਿੱਚ ਮੈਂ ਸੰਖੇਪ ਕਰਾਂ, ਸਮਾਂ ਹੋਣ ਵਾਲਾ ਹੈ। ਸਤਿਗੁਰਾਂ ਦੇ ਮੁਖੋਂ ਇਹ ਮਹਿਮਾ ਕਹੀ ਜਾ ਰਹੀ ਪੰਡਤ ਹਰਦਿਆਲ ਨੂੰ ਕਿ ਫਿਰ ਅੱਗੇ ਨਾ ਥੰਮ ਤਪਾ ਕੇ ਜੀਵ ਨੂੰ ਉਹਦੇ ਨਾਲ ਲਗਾਇਆ ਜਾਂਦਾ ਹੈ। ਜਿਵੇਂ ਮੈਂ ਦੱਸਣ ਲੱਗਾ ਸੀ, ਪ੍ਰਹਿਲਾਦ ਦੇ ਪਿਤਾ ਨੇ, ਇਹ ਹਿਰਨ ਕਸ਼ਯਪ ਜਿਹੜਾ ਮੁਲਤਾਨ ਦਾ ਰਾਜਾ ਹੋਇਆ, ਮੁਲਤਾਨ ਜੋ ਹੁਣ ਜਗ੍ਹਾ ਪਾਕਿਸਤਾਨ ਵਿੱਚ ਹੈ ਪਿਆਰਿਓ, ਇਹ ਸਤਯੁਗ ਦੀ ਕਹਾਣੀ, ਸਤਯੁਗ ਦੀ ਗੱਲ ਹੈ। ਤੇ ਤੱਤੇ ਥੰਮ ਨੂੰ ਪਕੜਨ ਦੇ ਲਈ, ਜੱਫੀ ਪਾਉਣ ਦੇ ਲਈ, ਬਾਹਾਂ ਦੇ ਵਿੱਚ ਲੈਣ ਲਈ ਹਿਰਨ ਕਸ਼ਯਪ ਨੇ ਆਪਣੇ ਬੇਟੇ ਪ੍ਰਹਿਲਾਦ ਨੂੰ ਹੁਕਮ ਕੀਤਾ ਕਿ ਪਾ, ਨਹੀਂ ਤੇ ਆ ਤਲਵਾਰ ਦੇਖ, ਮੈਂ ਤੈਨੂੰ ਤੇਰਾ ਜਿਹੜਾ ਸਿਰੇ ਧੜ ਨਾਲੋਂ ਅਲੱਗ ਕਰ ਦਿਆਂ। ਇਹ ਸਜ਼ਾ ਜਿਹੜੀ ਏ ਭਾਈ ਸਾਹਿਬ ਕਹਿੰਦੇ ਉੱਥੇ ਅੱਗੇ ਜਾ ਕੇ ਵੀ ਮਨਮੁੱਖਾਂ ਨੂੰ ਮਿਲਦੀ ਏ, ਗੁਰਮੁੱਖਾਂ ਨੂੰ ਨਹੀਂ। ਤੇਲ ਕੜਾ ਤਪ ਤੁਮਹਿ ਪਾਵੈ। ਤੇ ਉੱਥੇ ਤੇਲ ਦੇ ਤਪਤੇ ਕੜਾਹ ਦੇ ਵਿੱਚ ਸੁੱਟਿਆ ਜਾਂਦਾ। ਦੋਹਰਾ ਲੋਹ ਖੰਡ ਕਰ ਅਗਨਵਤ ਮੁਖ ਪਾਵੈ ਕਰ ਮਾਰ। ਭਾਈ ਸਾਹਿਬ ਦੇ ਕਥਨ ਮੁਤਾਬਕ ਗੁਰੂ ਪਿਆਰਿਓ, ਇਹ ਜਿਹੜੇ ਬੋਲ ਨੇ ਭਾਵੇਂ ਗੁਰਬਾਣੀ ਦੇ ਆਧਾਰ ਤੇ ਬਿਲਕੁਲ ਨਿਰਮੂਲ ਨੇ, ਇਹਨਾਂ ਦਾ ਕੋਈ ਮੂਲ ਨਹੀਂ। ਕਿਉਂਕਿ ਜੇ ਮੈਂ ਉਧਰ ਸਤ ਕਹਿ ਰਿਹਾ ਤੇ ਇਧਰ ਵੀ ਉਹੀ ਸਤ ਕਹਾਂਗਾ, ਕਿਉਂਕਿ ਉੱਥੇ ਸਰੀਰ ਹੀ ਹੈ ਨਹੀਂ, ਤਾਂ ਕੜਾਇਆ ਕਿੱਥੋਂ ਆ ਗਿਆ? ਉੱਥੇ ਸਰੀਰ ਨਹੀਂ ਹੈ। ਪਰ ਇਹ ਕਲਪਨਾ ਕਲਪ ਰਹੇ ਨੇ ਭਾਈ ਸਾਹਿਬ ਕਿ ਇਹੋ ਜਿਹੀਆਂ ਸਜ਼ਾਵਾਂ
ਉਸ ਜੀਵ ਆਤਮਾ ਨੂੰ ਮਿਲਦੀਆਂ ਹਨ ਕਿ ਲੋਹੇ ਦਾ ਟੁਕੜਾ, ਖੰਡ ਕਹਿੰਦੇ ਨੇ ਟੁਕੜੇ ਨੂੰ, ਹਿੱਸੇ ਨੂੰ, ਅੱਗ ਵਰਗਾ ਕਰਕੇ ਨਾ ਲਾਲ ਉਹਦੇ ਮੂੰਹ ਚ ਪਾਇਆ। दारुण दुखत पुकारहि, कोई ना सुनहि पुकार। ਬੜੇ ਭਿਆਨਕ ਦੁੱਖ ਦਿੱਤੇ ਜਾਂਦੇ ਨੇ। ਉਹ ਜੀਵ ਆਤਮਾ ਰੜਾਉਂਦੀ ਹੈ, ਵਿਲਕਦੀ ਹੈ, ਬੜੀ ਦੁਖੀ ਹੁੰਦੀ, ਫਰਿਆਦਾਂ ਕਰਦੀ ਹੈ। ਪਰ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਪੰਡਤ ਜੀ ਉੱਥੇ ਦੀ ਰੋਣ ਕੁਰਲਾਉਣ ਦੀ ਤੇ ਫਰਿਆਦਾਂ ਦੀ ਕੂਕ ਪੁਕਾਰ ਨੂੰ ਸੁਣਨ ਵਾਲਾ ਕੋਈ ਨਹੀਂ ਹੈ, ਕੋਈ ਨਹੀਂ ਸੁਣਦਾ। ਚੌਪਈ ਇਤਿਆਦਿਕ ਦੁਖ ਨਰਕ ਅਨੇਕਾ। ਇਤਿਆਦਿਕ ਜਿਹੜੇ ਨੇ ਨਾ, ਮਰਨ ਤੋਂ ਬਾਅਦ ਜੋ ਨਰਕ ਦਾ ਪ੍ਰਤੀਕ ਨੇ, ਦੁੱਖ ਦਿੱਤੇ ਜਾਂਦੇ ਹਨ। ਪਾਵੇ ਨਾਮਹੀਨ ਅਵਿਵੇਕਾ। ਇਹ ਮਿਲਦੇ ਕਿਨੂੰ ਨੇ ਜੀ? ਵਿਵੇਕ ਕਹਿੰਦੇ ਨੇ ਵਿਚਾਰ ਨੂੰ। ਐੜਾ ਲੱਗ ਗਿਆ ਅਵਿਵੇਕਾ, ਜਿਹੜਾ ਵਿਚਾਰ ਤੋਂ ਹੀਣਾ ਤੇ ਨਾਮ ਤੋਂ ਸੁੰਝਾ ਪ੍ਰਾਨੀ ਹੈ ਨਾ, ਖਾਲੀ ਭਾਂਡਾ ਇੱਥੋਂ ਗਿਆ। ਇਹ ਸਾਰੇ ਕਸ਼ਟ, ਦੁੱਖ, ਆਪਦਾ, ਵਿਪਤਾਵਾਂ, ਸਾਸਣਾ, ਤਾੜਨਾ ਕੇਵਲ ਤੇ ਕੇਵਲ ਉਹਨੂੰ ਹੀ ਮਿਲਦੀਆਂ। ਕਰਤ ਵਿਕਾਰਨ ਬੈਸ ਬਤਾਈ। ਇਹ ਸਿਰਫ ਉਹਦਾ ਹਾਲ ਹੁੰਦਾ ਹੈ ਗੁਰੂ ਪਿਆਰਿਓ, ਜਿਨੇ ਵਿਕਾਰਾਂ ਨੂੰ ਹੀ ਭੋਗ ਭੋਗ ਕੇ ਜੀਵਨ ਬਿਤਾਇਆ, ਤੇ ਜਿਨੇ ਇਹੀ ਸਮਝ ਲਿਆ ਕਿ ਇਹ ਜੱਗ ਮਿੱਠਾ ਅੱਗਾ ਕਿੰਨ, ਉਹ ਇਹਦੇ ਨਾਲ ਹੀ ਰੁੱਝਿਆ ਪਿਆ, ਇਹਦੇ ਵਿੱਚ ਹੀ ਉਲਝਿਆ ਪਿਆ, ਇਹਦੇ ਨਾਲ ਹੀ ਲੱਗਾ ਪਿਆ। ਜਿਨੇ ਇਹ ਗੱਲ ਸਮਝ ਕੇ ਦੁਨੀਆ ਦੇ ਵਿੱਚ ਵਿਸ਼ੇ ਵਿਕਾਰ ਭੋਗਦਿਆਂ ਭੋਗਦਿਆਂ ਸਾਰਾ ਜੀਵਨ ਬਿਤਾਇਆ, ਭਾਈ ਸਾਹਿਬ ਕਹਿੰਦੇ ਇਹ ਹਾਲ ਉਹਨਾਂ ਦਾ ਹੁੰਦਾ ਹੈ। ਕਬ ਹੁੰਦਾ ਸਿਮਰਨ ਮੈਂ ਲਿਵਲਾ। ਜਿਨ੍ਹਾਂ ਨੇ ਕਦੇ ਭੁੱਲ ਕੇ ਵੀ ਨਿਰੰਕਾਰ ਦੇ ਚਿੰਤਨ ਵਿੱਚ, ਸਿਮਰਨ ਦਾ ਅਰਥ ਹੁੰਦਾ ਚੇਤੇ ਕਰਨਾ, ਯਾਦ ਕਰਨਾ। ਅਸੀਂ ਸਿਮਰਨ ਦਾ ਮਤਲਬ ਹੀ ਕੁਝ ਹੋਰ ਬਣਾ ਦਿੱਤਾ, ਮੈਨੂੰ ਮਾਫ ਕਰ ਦੇਣਾ। ਸਮਰਨ ਸੰਸਕ੍ਰਿਤ ਦਾ ਲਫ਼ਜ਼ ਹੈ ਚੇਤੇ ਕਰਨਾ। ਕਈ ਵਾਰੀ ਅਸੀਂ ਬੈਠੇ ਆ ਨਾ, ਬੈਠੇ ਆ ਮਾਂ ਯਾਦ ਆਉਂਦੀ ਹੈ, ਬਾਪੂ ਯਾਦ ਆਉਂਦਾ, ਬੱਚੇ ਯਾਦ ਆਉਂਦੇ, ਪਤਨੀ ਦੀ ਯਾਦ ਆਉਂਦੀ, ਪੁੱਤਰਾਂ ਦੀ ਯਾਦ ਬੱਚਿਆਂ ਦੀ ਆਉਂਦੀ ਹੈ। ਬਸ ਇੱਦਾਂ ਕਿਤੇ ਬੈਠੇ ਆ, ਗੁਰੂ ਨਾਨਕ ਦੇ ਵਸਵ ਯਾਦ ਆਉਣ, ਇਹਨੂੰ ਸਿਮਰਨ ਕਹਿੰਦੇ। ਆਹ ਹੈ ਸਿਮਰਨ। ਅਸੀਂ ਤੇ ਹੋਰ ਹੀ ਬਣਾ ਦਿੱਤਾ ਸਿਮਰਨ ਨੂੰ। ਅਯੋਕੇ ਸਮੇਂ 'ਚ ਮੈਂ ਇਹ ਫਲਸਫਾ ਫੋਲਣਾ ਨਹੀਂ ਚਾਹੁੰਦਾ ਬਹੁਤਾ ਜ਼ਿਆਦਾ, ਪਰ ਗਿਆਨਪੂਰਵਕ ਤੇ ਵਿਚਾਰ ਇਹੀ ਹੈ ਕਿ ਚੇਤੇ ਕਰਨਾ, ਯਾਦ ਕਰਨਾ, ਸਾਨੂੰ ਯਾਦ ਆਉਣ। ਗੁਰੂ ਕਲਗੀਧਰ ਪਿਤਾ ਦੇ ਬੇਟੇ ਯਾਦ ਆਉਣ, ਮਾਂ ਗੁਜਰੀ ਯਾਦ ਆਵੇ, ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਯਾਦ ਆਵੇ, ਗੁਰੂ ਨਾਨਕ ਸਾਹਿਬ ਦੀ ਯਾਦ ਆਵੇ, ਉਹ ਹੈ ਸਿਮਰਨ। ਤੇ ਸੁਭਾਵਕ ਹੀ ਆਵੇ, ਜਿਵੇਂ ਮਾਂ ਯਾਦ ਆਉਂਦੀ ਹੈ, ਪਿਤਾ ਯਾਦ ਆਉਂਦਾ, ਬੱਚੇ ਯਾਦ ਆਉਂਦੇ, ਪਰਿਵਾਰ ਯਾਦ ਆਉਂਦਾ, ਐਦਾਂ ਗੁਰੂ ਚੇਤੇ ਆਵੇ, ਐਦਾਂ ਪਰਮੇਸ਼ਰ ਯਾਦ ਆਵੇ। ਉਹਨੇ ਜੋ ਕੁਝ ਸਾਨੂੰ ਦਿੱਤਾ, ਐਦਾਂ ਹੀ ਸੋਚੀ ਜਾਓ ਵੀ ਮੇਰੇ ਵਰਗਾ ਨਿਭਾਗਾ ਬੰਦਾ ਕੌਣ ਹੈ, ਮੈਨੂੰ ਉਹਨੇ ਸਭ ਕੁਝ ਦਿੱਤਾ, ਮੈਂ ਫਿਰ ਵੀ ਉਹਨੂੰ ਕਦੇ ਚੇਤੇ ਨਹੀਂ ਕੀਤਾ। ਗੁਰੂ ਸਾਹਿਬ ਸੁਚੇਤ ਵੀ ਕਰਦੇ ਨੇ, ਸੋ ਕਿਉਂ ਬਿਸਰੈ ਜਿਨ ਸਭ ਕਿਛ ਦੀਆ। ਐ ਬੰਦਿਆ, ਮੈਨੂੰ ਸਮਝ ਨਹੀਂ ਆਉਂਦੀ, ਜਿਨੇ ਤੈਨੂੰ ਖੁਰਾਕ ਦਿੱਤੀ, ਪੁਸ਼ਾਕ ਦਿੱਤੀ, ਸਭ ਕੁਝ ਦਿੱਤਾ ਤੈਨੂੰ, ਆ ਨਹੀਂ ਸਮਝ ਆਈ ਕਿ ਤੂੰ ਉਹਨੂੰ ਵਿਸਾਰ ਕਿਉਂ ਦਿੱਤਾ, ਭੁਲਾ ਕਿਉਂ ਦਿੱਤਾ। ਇੱਥੋਂ ਹੀ ਅੱਗੇ ਲੜੀਵਾਰ ਵਿਚਾਰ ਆਪ ਕੱਲ ਦੀ ਕਥਾ ਵਿੱਚ ਸਰਵਣ ਕਰੋਗੇ। ਭੁੱਲਾਂ ਚੁੱਕਾਂ ਦੀ ਖਿਮਾ, ਸਮੇਂ ਦੀ ਸੰਪੂਰਨਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਗੁਰੂ ਰੂਪ ਗੁਰੂ